ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਉਮੀਦ ਹੈ ਸਾਰੇ ਠੀਕ ਹੋਵੋਗੇ। ਸਰ, ਅਸੀਂ ਦੇਖ ਰਹੇ ਹਾਂ ਕਿ ਬੁਨਿਆਦੀ ਤੌਰ ਤੇ ਸਾਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਬਿਹਤਰ ਹੋ ਰਹੀ ਹੈ ਤੇ ਅਸੀਂ ਤਰੱਕੀ ਕਰਦੇ ਪਏ ਹਾਂ। ਸਾਡਾ ਮੁਲਕ ਅੱਗੇ ਵੱਧਦਾ ਪਿਆ ਹੈ। ਸਾਡਾ ਮਾਸ਼ਰਾ ਜਿਹੜਾ ਹੈ ਉਹਦੇ 'ਚ ਬਿਹਤਰੀ ਆਉਂਦੀ ਪਈ ਹੈ, ਲੇਕਿਨ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ। ਸ਼ਾਇਦ ਮੇਰਾ ਦੇਖਣ ਦਾ ਅਮ, ਜ਼ਾਵੀਆ ਕੋਈ ਹੋਰ ਹੈ ਤੇ ਬਾਕੀ ਲੋਕਾਂ ਦਾ ਹੋਰ ਹੈ। ਉਹ ਲੱਗਦਾ ਕਿਉਂ ਨਹੀਂ? ਐਜੂਕੇਸ਼ਨ ਨੂੰ ਲੈ ਲਓ। ਤਕਰੀਬਨ 25 ਸਾਲ ਪਿੱਛੇ ਜਾਈਏ ਨਾ, ਤੇ ਨਕਲ ਕਰਨ ਨੂੰ ਉਸ ਟਾਈਮ ਇੱਕ ਬਕਾਇਦਾ ਬੁਰਾਈ ਸਮਝਿਆ ਜਾਂਦਾ ਸੀ, ਤੇ ਸਿਫਾਰਿਸ਼ ਕਰਪਸ਼ਨ ਜਿਹੜੀ ਸੀ ਇਹਨੂੰ ਵੀ ਇੱਕ ਬੁਰੀ ਚੀਜ਼ ਸਮਝਿਆ ਜਾਂਦਾ ਸੀ। ਅੱਜ ਵੀ ਅਸੀਂ ਆਪਣੇ ਐਜੂਕੇਸ਼ਨਲ ਸਿਸਟਮ ਨੂੰ ਦੇਖੀਏ ਨਾ, ਤੇ ਉਹਦੇ ਵਿੱਚ ਅਸੀਂ ਪੜ੍ਹਾਉਂਦੇ ਜ਼ਰੂਰ ਹਾਂ ਕਿ ਸਿਫਾਰਿਸ਼, ਕਰਪਸ਼ਨ, ਰਿਸ਼ਵਤ ਇਹ ਜਿਹੜੀਆਂ ਨੇ ਨਾ ਇਹ ਬੁਰੀਆਂ ਚੀਜ਼ਾਂ ਨੇ, ਤੇ ਮਜ਼ਹਬੀ ਤੌਰ ਤੇ ਵੀ ਅਸੀਂ ਇਹਨਾਂ ਦੀ ਮੁਖਾਲਫਤ ਕਰਦੇ ਹਾਂ ਤੇ ਦੱਸਦੇ ਹਾਂ ਬੱਚਿਆਂ ਨੂੰ ਕਿ ਇਹ ਠੀਕ ਨਹੀਂ ਨੇ। ਲੇਕਿਨ ਹਕੀਕਤ ਵਿੱਚ ਇਹ ਸਾਰਾ ਕੁਝ ਠੀਕ ਨਹੀਂ ਹੈ। ਅਸੀਂ ਇਸ ਚੀਜ਼ ਦੀ ਨੂੰ ਕਵਰੇਜ ਵੀ ਦਿੰਦੇ ਹਾਂ, ਅਸੀਂ ਇਹਨੂੰ ਤਹੱਫਜ਼ ਵੀ ਦਿੰਦੇ ਹਾਂ, ਤੇ ਅਸੀਂ ਇਹਨੂੰ ਬੜਾਵਾ ਵੀ ਦਿੰਦੇ ਹਾਂ, ਅਸੀਂ ਇਹਨੂੰ ਫੈਲਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਉਹ ਕਿਸ ਤਰ੍ਹਾਂ? ਹੁਣ ਬੱਚਿਆਂ ਦੇ ਪੇਪਰ ਹੁੰਦੇ ਪਏ ਨੇ ਬੋਰਡ ਦੇ, ਤੇ ਉੱਥੇ ਬੱਚੇ ਪੇਪਰ ਦੇ ਕੇ ਆ ਕੇ ਜਿਹੜੀ ਆਪਣੀ ਸੂਰਤ ਹਾਲ ਦੱਸਦੇ ਨੇ ਨਾ, ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਜਿਹੜਾ ਬੰਦਾ ਤੇ ਨਿਗਰਾਨ ਜਿਹੜਾ ਹੈ ਉਹ ਪੇਪਰ ਕਰਵਾਉਂਦਾ ਪਿਆ ਹੈ ਤੇ ਉਹ ਸਖਤੀ ਨਹੀਂ ਕਰਦਾ ਪਿਆ, ਉਹ ਨਕਲ ਦੀ ਇਜਾਜ਼ਤ ਦਿੰਦਾ ਪਿਆ ਜਾਂ ਦਾएं ਬਾएं ਖੁਦ ਉਹ ਮੁਲਵਸ ਹੈ ਨਕਲ ਕਰਵਾਉਣ 'ਚ। ਉਹਨੂੰ ਬੱਚੇ ਕਹਿੰਦੇ ਨੇ ਬੜਾ ਅੱਛਾ ਨਿਗਰਾਨ ਹੈ ਸੀ, ਤੇ ਉਹਨੇ ਸਾਨੂੰ ਪੁੱਛਿਆ ਹੀ ਨਹੀਂ, ਸਾਨੂੰ ਉਹਨੇ ਪੂਰੀ ਆਜ਼ਾਦੀ ਦਿੱਤੀ। ਅਸੀਂ ਪੁੱਛ ਦੱਸ ਕੇ ਇੱਕ ਦੂਜੇ ਕੋਲ ਪੇਪਰ ਲਿਆ, ਤੇ ਈਵਨ ਕਿ ਕੁਝ ਨੂੰ ਉਹ ਖੁਦ ਵੀ ਆ ਕੇ ਪੇਪਰ ਕਰਵਾਉਂਦਾ ਰਹਿ ਗਿਆ, ਕਿਉਂਕਿ ਉਹਨੇ ਪੈਸੇ ਲਏ ਹੋਏ ਸੀ ਜਾਂ ਸਿਫਾਰਿਸ਼ ਦੇ ਥੱਲੇ ਸੀ ਜਾਂ ਜੋ ਵੀ ਸੀ। ਤੋ ਬੱਚੇ ਜਿਹੜੇ ਨੇ ਉਸ ਨੂੰ ਬੁਰਾ ਨਹੀਂ ਸਮਝਣ ਡਏ। ਇਹੀ ਸਭ ਤੋਂ ਵੱਡਾ ਅਲਮੀਆ ਇਹ ਦੇਖੋ, ਜਦੋਂ ਕੁੱਤੀ ਚੋਰ ਦੇ ਨਾਲ ਰਲਦੀ ਹੈ ਨਾ, ਜੇ ਚੌਕੀਦਾਰ ਹੀ ਡਕੈਤੀ ਦੇ ਵਿੱਚ ਮੁਲਵਸ ਹੁੰਦਾ ਹੈ, ਤੇ ਫਿਰ ਉਹਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਹ ਜਿਹੜੇ ਲੋਕ ਨੇ ਨਾ, ਇਹ ਲਾ ਲਓ ਕਿ ਮੁਹਾਫਿਜ਼ ਨੇ, ਬੁਰੀਆਂ ਆਦਤਾਂ ਤੋਂ ਰੋਕਣ ਵਾਸਤੇ ਜ਼ਿੰਮੇਦਾਰ ਨੇ, ਕੌਮ ਨੂੰ ਇਮਾਨਦਾਰੀ ਉਹਦੇ ਵਿੱਚ ਭਰਨ ਵਾਸਤੇ ਜ਼ਿੰਮੇਦਾਰ ਨੇ। ਇਸੇ ਵਾਸਤੇ ਅਸੀਂ ਉਹਨਾਂ ਨੂੰ ਤਨਖਾਹ ਦਿੰਦੇ ਹਾਂ, ਤੇ ਇਸੇ ਵਾਸਤੇ ਉਹ ਨਿਗਰਾਨਾਂ ਨੂੰ ਅਸੀਂ ਰੱਖਦੇ ਹਾਂ। ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਰੋਕਣੀਆਂ, ਤੇ ਜੋ ਬੱਚੇ ਦੇ ਕੋਲ ਹੈ ਉਹੀ ਬੱਚਾ ਅੱਗੇ ਲਿਖੇ, ਤੇ ਉਸੇ ਚੀਜ਼ ਨੂੰ ਕਵਰੇਜ ਮਿਲਣੀ ਚਾਹੀਦੀ ਹੈ। ਲੇਕਿਨ ਇੱਥੇ ਹੈ ਕਿ ਇਹ ਜਦੋਂ ਜਿਹੜਾ ਬੱਚੇ ਨੂੰ ਸਿਖਾਉਣ ਵਾਲਾ ਅਦਾਰਾ ਹੈ ਨਾ, ਜਾਂ ਲੋਕ ਨੇ, ਅਦਾਰਾ ਮੈਂ ਨਹੀਂ ਕਹਿੰਦਾ, ਕੁਝ ਕੁਝ ਅੱਛੇ ਵੀ ਹੋਣਗੇ, ਲੇਕਿਨ ਉਹ ਅੱਛੇ ਵੀ ਜਿਹੜੇ ਨੇ ਨਾ ਉਹ ਬਰਾਏ ਨਾਮ ਬਚ ਗਏ ਨੇ, ਬਸ ਬਰਕਤ ਵਾਸਤੇ, ਬਹੁਤ ਮਾਜ਼ਰਤ ਦੇ ਨਾਲ। ਜਦੋਂ ਉਹ ਖੁਦ ਹੀ ਬੱਚੇ ਦੀ ਜ਼ਿਹਨ ਸਾਜ਼ੀ ਕਰ ਦੇਣਗੇ ਨਾ ਕਿ ਨਕਲ ਕਰਾਉਣਾ, ਕਰਨਾ, ਸ਼ਾਰਟਕਟ ਲੈਣਾ, ਸਿਫਾਰਿਸ਼ ਕਰਵਾਉਣਾ, ਰਿਸ਼ਵਤ ਦੇਣਾ ਇਹ ਠੀਕ ਨੇ, ਤੇ ਬੱਚਾ ਜਿਹੜਾ ਹੈ ਅੱਗੇ ਵਧੇਗਾ, ਉਹ ਨਿਜ਼ਾਮ ਸੰਭਾਲੇਗਾ ਇਸ ਕੌਮ ਦਾ। ਕੱਲ ਨੂੰ ਉਹੀ ਟੀਚਰ ਬਣੇਗਾ, ਡਾਕਟਰ ਬਣੇਗਾ, ਵਕੀਲ ਬਣੇਗਾ, ਜੱਜ ਬਣੇਗਾ, ਕਾਜ਼ੀ ਬਣੇਗਾ, ਈਵਨ ਕਿ ਉਹ ਮਸਜਿਦ ਦਾ ਇਮਾਮ ਵੀ ਬਣੇਗਾ, ਖਤੀਬ ਵੀ ਬਣੇਗਾ। ਉਹ ਸਾਰਾ ਕੁਝ ਕਰੇਗਾ। ਉਹ ਤੁਹਾਨੂੰ ਲਿਖਾਏਗਾ, ਤੁਹਾਨੂੰ ਸੁਣਾਏਗਾ, ਪੜ੍ਹੇਗਾ, ਲੇਕਿਨ ਅੰਦਰੋਂ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਛਾ ਸਮਝੇਗਾ। ਉਹ ਇਹਨਾਂ ਚੀਜ਼ਾਂ ਨੂੰ ਹੀ ਲੈ ਕੇ ਅੱਗੇ ਚੱਲਦਾ ਰਹੇਗਾ, ਤੇ ਇਹਨਾਂ ਚੀਜ਼ਾਂ ਨੂੰ ਅੱਗੇ ਫੈਲਾਉਂਦਾ ਰਹੇਗਾ, ਉਹਨਾਂ ਨੂੰ ਤਹੱਫਜ਼ ਦੇਣ ਦੀ ਕੋਸ਼ਿਸ਼ ਕਰਦਾ ਰਹੇਗਾ। ਜਿਹੜੀ ਸਭ ਤੋਂ ਵੱਡੀ ਬੁਰਾਈ ਦੀ ਜੜ ਹੈ, ਅਸੀਂ ਹੁਣ ਕਹਿ ਦਿੰਦੇ ਹਾਂ ਕਿ ਫਲਾਂ ਠੀਕ ਨਹੀਂ, ਫਲਾਂ ਠੀਕ ਨਹੀਂ, ਫਲਾਂ ਠੀਕ ਨਹੀਂ। ਜਦੋਂ ਜਿੱਥੋਂ ਅਸੀਂ ਪਨੀਰੀ ਸਾਡੀ ਫੁੱਟਦੀ ਪਈ ਹੈ, ਬੱਚੇ ਸਾਡੇ ਜਿੱਥੋਂ ਵੱਧਦੇ ਪਏ ਨੇ ਅੱਗੇ, ਜਿੱਥੋਂ ਸਿੱਖਦੇ ਪਏ ਨੇ ਆਪਣੇ ਘਰ ਚੋਂ ਤੇ ਆਪਣੀ ਦਰਸਗਾਹ ਚੋਂ, ਇਲਮੀ ਦਰਸਗਾਹ ਚੋਂ, ਅਗਰ ਉੱਥੇ ਹੀ ਉਹਨਾਂ ਨੂੰ ਸਹੀ ਦੱਸਿਆ ਨਹੀਂ ਜਾਂਦਾ ਪਿਆ, ਉਹਨਾਂ ਨੂੰ ਇਮਾਨਦਾਰੀ ਨਾਲ ਰਾਗਬ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂਦੀ, ਸਖਤੀ ਕਰਨਾ ਤੇ ਹੋਰ ਗੱਲ ਹੈ, ਤੇ ਉਹ ਫਿਰ ਸਿੱਖਣਗੇ ਕਿੱਥੋਂ? ਕੋਈ ਦੂਜਾ ਹੋਰ ਪਲੇਟਫਾਰਮ ਰਹਿ ਜਾਂਦਾ ਹੈ। ਫਿਰ ਤਾਂ ਉਹ ਅਗਰ ਉਹਦੇ ਅੰਦਰ ਹੀ ਅੱਲਾਹ ਤਾਲਾ ਕੋਈ ਚੀਜ਼ ਪੈਦਾ ਕਰ ਦੇਵੇ ਤੇ ਹੋਰ ਗੱਲ ਹੈ। ਵਰਨਾ ਅਸੀਂ ਇਹ ਜਿੱਦਾਂ ਕਹਿੰਦੇ ਨਾ, ਜੋ ਬੰਦੇ ਨੇ ਬੀਜਿਆ ਹੁੰਦਾ ਹੈ ਉਹੀ ਵੱਢਦਾ ਹੈ। ਤੇ ਅਸੀਂ ਕਮ ਸੇ ਕਮ ਇਮਾਨਦਾਰੀ ਦੇ ਪੌਦੇ ਨਹੀਂ ਲਾਉਣ ਡਏ, ਅਸੀਂ ਬੇਈਮਾਨੀ ਦੀ ਫਸਲ ਜਿਹੜੀ ਹੈ ਉਹ ਕਾਸ਼ਤ ਕਰਨ ਜਾਂਦੇ ਪਏ ਹਾਂ, ਬਹੁਤ ਮਾਜ਼ਰਤ ਦੇ ਨਾਲ। ਤੇ ਮੇਰੀ ਦਿਲ ਕਰਦਾ ਸੀ ਕਿ ਮੈਂ ਜਿਹੜੀ ਇੱਕ ਬੁਰਾਈ ਹੈ ਨਾ ਉਹਨੂੰ ਉਜਾਗਰ ਕਰਾਂ। ਉਦੋਂ ਵੀ ਮੈਨੂੰ ਇਹ ਬੁਰਾ ਲੱਗਦਾ ਸੀ, ਤੇ ਮੈਨੂੰ ਅੱਜ ਵੀ ਇਹ ਬੁਰਾ ਲੱਗਦਾ ਹੈ। ਲੇਕਿਨ ਮੈਨੂੰ ਲੱਗਦਾ ਹੈ ਕਿ ਉਸ ਟਾਈਮ ਬੁਰਾ ਜਿਨ੍ਹਾਂ ਨੂੰ ਲੱਗਦਾ ਸੀ ਉਹ ਜ਼ਿਆਦਾ ਸੀ ਲੋਕ, ਉਹਨਾਂ ਦੀ ਅਕਸਰੀਅਤ ਸੀ, ਤੇ ਅੱਜ ਜਿਹੜੇ ਨੇ ਉਹ ਲੋਕ ਥੋੜ੍ਹੇ ਰਹਿ ਗਏ ਨੇ। ਅੱਜ ਅਸੀਂ ਸ਼ਾਰਟਕਟ ਲੈਣਾ, ਪੈਸੇ ਦੇਣਾ, ਰਿਸ਼ਵਤ, ਦਾएं ਬਾएं ਤੋਂ ਕੁਝ ਸ਼ਾਰਟਕਟ ਫੜਨ ਦੀ ਕੋਸ਼ਿਸ਼ ਕਰਨਾ, ਪੈਸੇ ਲੈਣਾ ਦੇਣਾ, ਇਹ ਚੀਜ਼ਾਂ ਨੂੰ ਸਹੀ ਸਮਝਣ ਲੱਗ ਪਏ ਹਾਂ। ਤੇ ਆਪਣੀ ਨਵੀਂ ਨਸਲ, ਨਵੀਂ ਪਨੀਰੀ ਦੇ ਵਿੱਚ ਵੀ ਅਸੀਂ ਇਸੇ ਚੀਜ਼ ਨੂੰ ਫੈਲਾਉਣ ਡਏ ਹਾਂ, ਤੇ ਇਹ ਅੱਛੀ ਗੱਲ ਨਹੀਂ। ਇਹਦੇ ਨਾਲ ਤੁਸੀਂ ਤਬਾਹੀ ਵੱਲ ਜਾਂਦੇ ਪਏ ਹੋ। ਉਹੀ ਬੱਚੇ ਜਦੋਂ ਕੱਲ੍ਹ ਵੱਡੇ ਹੋਣਗੇ ਉਹ ਦਾएं ਬਾएं ਜਾਣ ਦੀ ਕੋਸ਼ਿਸ਼ ਕਰਨਗੇ, ਬੇਈਮਾਨੀ ਕਰਨਗੇ, ਤੇ ਜਦੋਂ ਉਹ ਬੇਈਮਾਨੀ ਕਰਨਗੇ ਨਾ,
ਤੇ ਪੂਰੀ ਦੁਨੀਆ ਦੇ ਵਿੱਚ ਜਿੱਦਾਂ ਸਾਡੀ ਹੁਣ ਇੱਜ਼ਤ ਕੋਈ ਨਹੀਂ ਗੀ, ਤੇ ਫਿਰ ਵੀ ਇੱਜ਼ਤ ਨਹੀਂ ਬਣਨ ਲੱਗੀ ਤੇ ਨਾ ਅਸੀਂ ਤਰੱਕੀ ਕਰਨਾ ਹੀ ਉਹਦੇ ਨਾਲ ਅਸੀਂ ਪਸਤੀ ਵੱਲ ਜਾਣਾ ਹੈ ਤੇ ਪਸਤੀ ਵੱਲ ਅਸੀਂ ਜਾਂਦੇ ਪਏ ਹਾਂ। ਗੱਲ ਕਰਨ ਦਾ ਮਕਸਦ ਇਹ ਸੀ ਕਿ ਆਪਣੇ ਆਪਣੇ ਘਰ ਤੋਂ ਸਹੀ ਕਰੋ, ਤੇ ਉਹ ਜਿਹੜੇ ਗੰਦੇ ਆਂਡੇ ਹੈ ਨੇ ਨਾ ਇਦਾਂ ਦਾ ਕੰਮ ਕਰਦੇ ਨੇ, ਉਹਨਾਂ ਗੰਦੇ ਆਂਡਿਆਂ ਨੂੰ ਕਹੋ, ਹੱਥ ਬੰਨ੍ਹ ਕੇ ਕਹਿ ਦਿਓ ਕਿ ਸਾਡੇ ਬੱਚਿਆਂ ਨੂੰ ਫੇਲ ਹੋ ਲੈਣ ਦਿਓ, ਇਹਨਾਂ ਨੂੰ ਤੁਸੀਂ ਪੜ੍ਹਾ ਲਿਆ ਕਰੋ, ਇੱਦਾਂ ਦੀਆਂ ਗੰਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਇਹ ਰਹਿਣ ਦਿਓ ਸਿਖਾਉਣ ਨੂੰ। ਮੈਂ ਕਈ ਦਫ਼ਾ ਹੈਰਾਨ ਹੁੰਦਾ, ਅਗਰ ਬੱਚੇ ਦੇ ਕੋਲ ਕੋਈ ਬੁਨਿਆਦੀ ਸਕਿੱਲ ਕੋਈ ਨਹੀਂ ਜਿਹੜੀ ਅਸੀਂ ਉਹਨੂੰ ਦੇਣੀ ਸੀ, ਤੇ ਅਸੀਂ ਉਹਨੂੰ PhD ਦੀ ਡਿਗਰੀ ਵੀ ਅਗਰ ਫੜਾ ਦਿੰਦੇ ਹਾਂ ਤੇ ਉਹਦੇ ਕੁਛ ਕੰਮ ਹੈ, ਉਹਦੇ ਕੋਈ ਕੰਮ ਆਏਗੀ। ਅਸੀਂ ਅਨਪੜ੍ਹ ਬੰਦੇ ਨੂੰ ਬਿਲਕੁਲ PhD ਦੀ ਡਿਗਰੀ ਦੇ ਦਈਏ, ਉਹ ਜਾ ਕੇ ਕਹੇਗਾ ਜੀ ਮੈਂ PhD ਕੀਤੀ, ਤੇ ਅਗਲਾ ਬੰਦਾ ਉਹਦੇ ਕੋਲ ਚੰਦ ਸਵਾਲ ਪੁੱਛੇਗਾ ਨਾ ਤੇ ਉਹਦੀ ਕਾਬਲੀਅਤ ਉਹਦੇ ਸਾਹਮਣੇ ਆ ਜਾਏਗੀ। ਤੇ ਉਹਦੇ ਨਾਲ ਉਹ ਜਿੱਥੋਂ ਪੜ੍ਹ ਕੇ ਆਇਆ, ਉਹ ਖੁਦ ਤੇ ਉਹਦੇ ਉਹ ਅਸਾਤਜ਼ਾ ਕਰਾਮ ਜਿਹੜੇ ਉਹ ਆਲਾ ਜ਼ਰਫ ਲੋਕ ਉਹਨੂੰ ਟੱਕਰੇ, ਉਹਨਾਂ ਸਾਰਿਆਂ ਵੱਲ ਉਹ ਨਾ ਦੇਖੇਗਾ ਤੇ ਉਹਨੂੰ ਅੰਦਾਜ਼ਾ ਹੋ ਜਾਏਗਾ ਕਿ ਉਹ ਕਿਸ ਤਰ੍ਹਾਂ ਦੇ ਸਨ ਤੇ ਇਹ ਕਿੰਨਾ ਕਾਬਲ ਹੈ। ਸੋ ਮਿਹਰਬਾਨੀ ਕਰੋ, ਜੋ ਉਹਦੇ ਵਿੱਚ ਹੈ ਉਸੇ ਚੀਜ਼ ਨੂੰ ਹੀ ਪਾਲਿਸ਼ ਕਰੋ, ਤੇ ਜਿਹੜੀ ਬੁਰਾਈ ਹੈ ਬੁਰਾਈ ਨੂੰ ਦਬਾਉਣ ਦੀ ਔਰ ਰੋਕਣ ਦੀ ਕੋਸ਼ਿਸ਼ ਕਰੋ, ਨਾ ਕਿ ਉਹ ਬੁਰਾਈ ਨੂੰ ਤੁਸੀਂ ਅੱਗੇ ਤਰਵੀਜ ਦੇਣ ਚੱਲ ਪਏ ਹੋ। ਆਪਣਾ ਖਿਆਲ ਰੱਖੋ।